ਜਿਹੜਾ ਹਿੰਦੂਇਜ਼ਮ ਹੈ ਉਹ ਅਹਿੰਸਾ ਪਰਮੋ ਧਰਮਾ, ਉਹ ਅਹਿੰਸਾ ਨੂੰ ਸਭ ਤੋਂ ਉੱਪਰ ਮੰਨਦਾ। ਉਹ ਹਿੰਸਾ ਵਾਲਿਆਂ ਦਾ ਉਹਦੇ ਵਿੱਚ ਧਰਮ ਦੇ ਵਿੱਚ ਕੋਈ ਸਥਾਨ ਨਹੀਂ ਹੈ। ਜਿਹੜਾ ਨਜਾਇਜ਼ ਕਿਸੇ ਦੇ ਉੱਪਰ, ਔਰਤਾਂ ਤੇ ਬੱਚਿਆਂ ਦੇ ਉੱਪਰ ਜਾਂ ਗਰੀਬਾਂ ਦੇ ਉੱਪਰ ਕੋਈ ਜ਼ੁਲਮ ਕਰੇ, ਉਹਨਾਂ ਦਾ ਇਸ ਮੁਲਕ ਦੇ ਵਿੱਚ ਨਾ ਸਾਡੀ ਮੈਜੋਰਿਟੀ ਜਿਹੜੀ ਹੈਗੀ ਇੱਥੇ ਦੀ, ਨਾ ਉਹਨਾਂ ਨੇ ਕਦੇ ਸਾਥ ਦਿੱਤਾ। ਸਦੀਆਂ ਤੋਂ ਅਸੀਂ ਇੱਥੇ ਇਕੱਠੇ ਸਾਰੀ ਮਾਈਨੋਰਿਟੀਜ਼ ਹਿੰਦੂ ਮੁਸਲਿਮ ਸਿੱਖ ਈਸਾਈ ਅਸੀਂ ਇਕੱਠੇ ਇੱਥੇ ਰਹਿੰਦੇ ਆਏ ਹਾਂ ਔਰ ਇਨਸ਼ਾਅੱਲਾ ਅਸੀਂ ਇਸੇ ਮੁਲਕ ਨੂੰ ਉਸੇ ਤਰੀਕੇ ਦਾ ਗੁਲਦਸਤਾ ਜੋ ਸਦੀਆਂ ਤੋਂ ਸੀ ਅਸੀਂ ਉਹੀ ਬਣਾ ਕੇ ਰੱਖਣਾ। ਜਿਹੜਾ ਜਹਾਂਗੀਰਪੁਰੀ ਦੇ ਵਿੱਚ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ ਗਾ ਕਿ ਜਿਹੜਾ ਵੱਧ ਤੋਂ ਬੱਤਰ ਹਾਲਾਤ ਨੇ ਜਿਹੜੇ ਇੱਥੇ ਉਹਨਾਂ ਨੇ ਬਣਾਏ ਨੇ, ਸਾਰੇ ਸੰਵਿਧਾਨਕ ਹੱਕਾਂ ਨੂੰ ਸਿੱਕੇ ਟੰਗ ਕੇ ਇੱਕ ਪਾਸੇ ਰੱਖ ਕੇ ਉਹਨਾਂ ਨੇ ਜਿਹੜੇ ਉੱਥੇ ਹਮਲੇ ਨੇ ਉਹ ਕੀਤੇ ਨੇ। 98% ਜਿਹੜੇ ਗ੍ਰਿਫਤਾਰ ਨੇ ਉਹ ਇਸ ਟਾਈਮ ਉਹ ਸਾਡੇ ਕੋਲ ਵਿਚਾਰੇ ਜਦ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦ ਤਾਂ ਆ ਕੇ ਕੌਮ ਦਾ ਨਾਰਾ ਲਾਉਂਦੇ ਨੇ, ਸਾਡੇ ਜਜ਼ਬਾਤ ਨੂੰ ਜੋ ਹੈ ਬੜਾ ਬਰੰਗੇਜ਼ਤਾ ਕਰਦੇ ਨੇ। ਲੇਕਿਨ ਜਦੋਂ ਜੋ ਹੈ ਕੋਈ ਨਾ ਕੋਈ ਵੀ ਉਸ ਅਹੁਦੇ 'ਤੇ ਪਹੁੰਚ ਜਾਂਦਾ ਹੈ, ਫਿਰ ਉਹਨਾਂ ਪਾਸ ਪਾਵਰ ਆ ਜਾਂਦੀ ਹੈ, ਉਹਨਾਂ ਪਾਸ ਤਾਕਤ ਆ ਜਾਂਦੀ, ਉਹਨਾਂ ਦੇ ਬੋਲਣ ਦਾ ਮੌਕਾ ਹੁੰਦਾ ਹੈ, ਫਿਰ ਉਹ ਵਿਚਾਰੇ ਮੌਨ ਵਰਤ ਰੱਖ ਲੈਂਦੇ ਨੇ। ਉਹ ਦਿੱਲੀ ਜਹਾਂਗੀਰਪੁਰੀ ਦੀ ਘਟਨਾ ਤੋਂ ਬਾਅਦ ਅਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਮੁਸਲਮਾਨਾਂ ਦੇ ਉੱਪਰ ਹੋ ਰਹੇ ਤਸ਼ੱਦਦ ਨੂੰ ਲੈ ਕੇ ਅੱਜ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਨੇ ਇੱਕ ਰੋਸ ਰੈਲੀ ਸਥਾਨਕ ਸਰਹੰਦੀ ਗੇਟ ਤੋਂ ਲੈ ਕੇ ਡੀਸੀ ਆਫਿਸ ਤੱਕ ਕੱਢੀ, ਜਿੱਥੇ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਦਿੱਤਾ ਗਿਆ। ਇਸ ਰੋਸ ਰੈਲੀ ਦੇ ਵਿੱਚ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਮੁਸਲਿਮ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਮੰਗ ਕੀਤੀ ਕਿ ਮੁਸਲਮਾਨਾਂ ਦੇ ਉੱਪਰ ਹੋਣ ਵਾਲੇ ਤਸ਼ੱਦਦ ਨੂੰ ਰੋਕਿਆ ਜਾਵੇ। 15 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਸੀਗਾ। ਉਸ ਤੋਂ ਬਾਅਦ ਆਨਰੇਬਲ ਸੁਪਰੀਮ ਕੋਰਟ ਨੇ ਜਦੋਂ ਆਰਡਰ ਕਰਤਾ, ਸਟੇਟਸ ਕੋ ਕਰਤਾ, ਉਸ ਦੇ ਬਾਵਜੂਦ 2 ਘੰਟੇ ਬੁਲਡੋਜ਼ਰ ਚੱਲਦਾ ਰਿਹਾ। ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੀ ਇਹ ਲੋਕ ਜਿਹੜੇ ਨਫ਼ਰਤ ਦੀ ਰਾਜਨੀਤੀ ਕਰਦੇ ਨੇ, ਇਹ ਸੁਪਰੀਮ ਕੋਰਟ ਤੋਂ ਵੀ ਉੱਪਰ ਹੋ ਗਏ, ਕਾਨੂੰਨ ਤੋਂ ਵੀ ਉੱਪਰ ਹੋ ਗਏ, ਸੰਵਿਧਾਨ ਤੋਂ ਵੀ ਉੱਪਰ ਹੋ ਗਏ? ਅਸੀਂ ਇਸੇ ਗੱਲ ਨੂੰ ਅੱਜ ਹਾਈਲਾਈਟ ਕਰਨ ਵਾਸਤੇ ਔਰ ਕੇਂਦਰ ਸਰਕਾਰ ਨੂੰ ਨੀਂਦ 'ਚੋਂ ਜਗਾਉਣ ਵਾਸਤੇ ਅੱਜ ਇੱਕ ਰੋਸ ਮੁਜ਼ਾਹਰਾ ਇੱਥੇ ਰੱਖਿਆ ਸੀ ਕਿ ਜਿਹੜੇ ਆਏ ਦਿਨ ਹੁਣ ਮੁਸਲਮਾਨਾਂ ਦੇ ਉੱਪਰ ਹਮਲੇ ਹੋ ਰਹੇ ਨੇ, ਜਿਹੜੇ ਮਸਜਿਦਾਂ ਦੇ ਉੱਪਰ ਵੜ ਕੇ ਝੰਡੇ ਲਗਾਏ ਜਾ ਰਹੇ ਨੇ ਔਰ ਮਸਜਿਦਾਂ ਦੇ ਸਾਹਮਣੇ ਦੀ ਹਥਿਆਰ ਲਿਜਾ ਕੇ ਉੱਥੇ ਪ੍ਰਵੋਕ ਕੀਤਾ ਜਾ ਰਿਹਾ, ਉੱਥੇ ਮਾਹੌਲ ਦੇਸ਼ ਦਾ ਖਰਾਬ ਕੀਤਾ ਜਾ ਰਿਹਾ, ਉਹ ਚੀਜ਼ਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ। ਮੁਸਲਮਾਨਾਂ ਦੇ ਉੱਪਰ ਲਗਾਤਾਰ ਜਿਹੜੇ ਹੁਣ ਅਚਾਨਕ ਇਹ ਹਮਲੇ ਵਧੇ ਨੇ, ਉਹ ਵੀ ਸਾਨੂੰ ਪਤਾ ਕਿ ਜਿਹੜੇ ਹੁਣ ਗੁਜਰਾਤ ਦੇ ਵਿੱਚ ਇਲੈਕਸ਼ਨ ਆ ਰਿਹਾ ਜਾਂ 2024 ਦੇ ਵਿੱਚ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੋਣਾ ਹੈ, ਤਾਂ ਉਹਦੇ ਵਾਸਤੇ ਹੀ ਇਹ ਵਿਉਂਤਬੰਦੀ ਬਣਾਈ ਜਾ ਰਹੀ ਹੈ। ਅਸੀਂ ਇਸ ਚੀਜ਼ ਦੀ ਪੂਰੀ ਜ਼ੋਰ ਮੁਜ਼ੰਮਤ ਕਰਦੇ ਹਾਂ। ਇਹ ਹਾਦੇ ਨਾਰੇ ਦੀ ਧਰਤੀ ਹੈ, ਹਮੇਸ਼ਾ ਤੋਂ ਇੱਥੇ ਜ਼ੁਲਮ ਦੇ ਖਿਲਾਫ ਆਵਾਜ਼ ਉੱਠਦੀ ਰਹੀ ਹੈ। ਮੁਸਲਿਮ ਫੈਡਰੇਸ਼ਨ ਪੰਜਾਬ ਔਰ ਇੱਥੇ ਦੀਆਂ ਸਾਰੀਆਂ ਮੁਸਲਿਮ ਤਨਜ਼ੀਮਾਂ ਜਾਂ ਜਿਹੜੀਆਂ ਅਮਨ ਪਸੰਦ ਸਾਡੇ ਹਿੰਦੂ ਵੀਰਾਂ ਦੀਆਂ, ਸਿੱਖ ਵੀਰਾਂ ਦੀਆਂ ਜਿਹੜੀਆਂ ਤਨਜ਼ੀਮਾਂ ਨੇ, ਉਹ ਹਮੇਸ਼ਾ ਇਸ ਧਰਤੀ ਤੋਂ ਹਾਦਾ ਨਾਰਾ ਮਾਰਦੀਆਂ ਰਹੀਆਂ ਨੇ ਔਰ ਉਸੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਦੇ ਹੋਏ ਅੱਜ ਮੁਸਲਿਮ ਫੈਡਰੇਸ਼ਨ ਪੰਜਾਬ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਛੋਟੀ ਜੀ, ਕਿਉਂਕਿ ਰੋਜ਼ਿਆਂ ਦਾ ਮਹੀਨਾ ਔਰ ਰਮਜ਼ਾਨ ਦਾ ਜੁਮੇ ਦਾ ਅੱਜ ਰੋਜ਼ਾ ਹੈ, ਜਿਹਦੇ ਕਰਕੇ ਲੋਕ ਫਿਰ ਵੀ ਕਾਫੀ ਗਿਣਤੀ ਦੇ ਵਿੱਚ ਮੈਂ ਕਹੂੰਗਾ ਕਿ ਮੈਂ ਸ਼ੁਕਰੀਆ ਅਦਾ ਕਰਦਾ ਜਿਹੜੇ ਅਮਨ ਪਸੰਦ ਸ਼ਹਿਰੀ ਇੱਥੇ ਆ ਕੇ ਇਸ ਇਤਜਾਜ ਦੇ ਵਿੱਚ ਅੱਜ ਸ਼ਾਮਿਲ ਹੋਏ ਨੇ। ਮੈਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਔਰ ਇਹ ਵੀ ਮੈਂ ਅਪੀਲ ਕਰਦਾ ਕਿ ਸਾਰਿਆਂ ਨੂੰ ਸਾਨੂੰ ਇਕਜੁੱਟ ਹੋਣਾ ਪਊਗਾ। ਜਿਹੜੇ ਸਾਡੇ ਜਿਹੜੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਲੋਕਾਂ ਨੇ ਪੇਸ਼ ਹੋ ਕੇ ਉੱਥੇ ਬੁਲਡੋਜ਼ਰ ਰੁਕਵਾਏ ਨੇ, ਉਹ ਸਾਰੇ ਸਾਡੇ ਹਿੰਦੂ ਵੀਰ ਸੀਗੇ। ਸੰਜੇ ਹੇਗੜੇ ਸਾਹਿਬ, ਦੁਸ਼ਯੰਤ ਦਵੇ ਸਾਹਿਬ, ਕਪਿਲ ਸਿੱਬਲ ਸਾਹਿਬ, ਇਹਨਾਂ ਸਾਰਿਆਂ ਨੇ ਉੱਥੇ ਆਵਾਜ਼ ਚੱਕੀ ਹੈ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਇਸ ਦੇਸ਼ ਦੇ ਅਮਨ ਪਸੰਦ ਲੋਕਾਂ ਨੂੰ ਕਿ ਅੱਗੇ ਆਈਏ। ਜਿਹੜੀ ਨਫ਼ਰਤ ਦੀ ਰਾਜਨੀਤੀ ਸਾਨੂੰ ਬਹੁਤ ਜ਼ਿਆਦਾ ਪਿੱਛੇ ਲੈ ਜੂਗੀ। ਸਾਡੇ ਆਲੇ ਦੁਆਲੇ ਦੇ ਹਾਲਾਤ ਦੇਖ ਲਈਏ ਕਿ ਸ਼੍ਰੀਲੰਕਾ ਵਰਗਾ ਮੁਲਕ ਦੇਖੋ ਰੁੜ ਗਿਆ ਹੁਣ ਪਿੱਛੇ ਜੀ। ਉੱਥੇ ਇੰਨਾ ਜ਼ਿਆਦਾ ਹਾਹਾਕਾਰ ਮਚੀ ਹੋਈ ਹੈ ਕਿ ਉਹ ਮੁਲਕ ਇੱਕ ਤਰ੍ਹਾਂ ਦਾ ਬਿਖਰ ਚੁੱਕਿਆ ਔਰ ਨਾਲ ਆਪਣਾ ਗੁਆਂਢੀ ਮੁਲਕ ਹੈ ਪਾਕਿਸਤਾਨ, ਉੱਥੇ ਦੇ ਹਾਲਾਤ ਦੇਖ ਲਓ। ਉਸ ਤੋਂ ਬਾਅਦ ਤੁਸੀਂ ਜਿਹੜੀ ਉੱਥੇ ਯੂਕਰੇਨ ਦੀ ਜੰਗ ਲੱਗੀ ਹੋਈ ਆ ਉਹ ਵੀ ਦੇਖ ਲਓ। ਪੂਰੇ ਮੁਲਕ ਦੇ ਵਿੱਚ, ਪੂਰੇ ਦੁਨੀਆ ਦੇ ਵਿੱਚ ਜਿਹੜੇ ਐਸੇ ਹਾਲਾਤ ਇਸ ਟਾਈਮ ਬਣੇ ਹੋਏ ਨੇ, ਤਾਂ ਅਸੀਂ ਘੱਟੋ ਘੱਟ ਆਪਣੇ ਦੇਸ਼ ਨੂੰ, ਇਸ ਦੇ ਮੁਲਕ ਦੇ ਭਾਈਚਾਰੇ ਨੂੰ, ਅਮਨ ਭਾਈਚਾਰੇ ਨੂੰ ਅਸੀਂ ਬਚਾ ਕੇ ਰੱਖੀਏ। ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਕਿਸੇ ਨੂੰ ਵੀ ਇਹ ਅਲਾਉ ਨਹੀਂ ਕਰ ਸਕਦੇ ਹੈਗੇ ਕਿ ਸਾਡੇ ਜਿਹੜੇ ਕਨਸਟੀਟਿਊਸ਼ਨਲ ਸਾਨੂੰ ਰਾਈਟਸ ਮਿਲੇ ਹੋਏ ਨੇ, ਸਾਡੇ ਸੰਵਿਧਾਨ ਨੇ ਸਾਨੂੰ ਘੱਟ ਗਿਣਤੀਆਂ ਨੂੰ ਜਿਹੜੇ ਸਾਨੂੰ ਔਰ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਜਿਹੜੇ ਹੱਕ ਦਿੱਤੇ ਹੋਏ ਨੇ, ਆਰਟੀਕਲ 14, 15, 19, 21, 8, 25 to 27 ਮੈਂ ਸਾਰਾ ਉੱਥੇ ਦੱਸ ਕੇ ਹਟਿਆ ਅੱਜ ਕਿ ਕਿਵੇਂ ਸਾਨੂੰ ਇਹ ਹੱਕ ਮਿਲੇ ਔਰ ਕਿਵੇਂ ਇਹ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਨੇ। ਤਾਂ ਇਹ ਉਸੇ ਸੰਵਿਧਾਨ ਦੇ ਤਹਿਤ ਹੀ ਇਹ ਪ੍ਰਾਈਮ ਮਿਨਿਸਟਰ ਜਾਂ ਚੀਫ ਮਿਨਿਸਟਰ ਬਣੇ ਬੈਠੇ ਨੇ, ਤਾਂ ਉਸੇ ਸੰਵਿਧਾਨ ਨੂੰ ਪ੍ਰੋਟੈਕਟ ਕਰਨਾ ਇਹਨਾਂ ਦਾ ਫਰਜ਼ ਬਣਦਾ ਔਰ ਅਸੀਂ ਇਨਸ਼ਾਅੱਲਾ ਤਾਲਾ ਇਹਨਾਂ ਨੂੰ ਉਹ ਯਾਦ ਦਿਲਾਉਂਦੇ ਰਹਾਂਗੇ ਜਦ ਤੱਕ ਕਿ ਜਾਗਦੇ ਨਹੀਂ ਹਾਂ। ਇਹਨਾਂ ਨੂੰ ਇਹਨਾਂ ਦਾ ਫਰਜ਼ ਅਸੀਂ ਯਾਦ ਕਰਾਉਂਦੇ ਰਹਾਂਗੇ, ਇੱਥੋਂ ਆਵਾਜ਼ ਚੱਕਦੇ ਰਹਾਂਗੇ ਇਨਸ਼ਾਅੱਲਾ, ਚਾਹੇ ਅਸੀਂ ਕੋਈ ਵੀ ਸਾਨੂੰ, ਠੀਕ ਹੈ, ਮੁਸਲਿਮ ਭਾਈਚਾਰੇ ਨੂੰ ਜਿੰਨਾ ਦਬਾਇਆ ਜਾ ਰਿਹਾ। ਮੈਂ ਇਹ ਗੁਜ਼ਾਰਿਸ਼ ਕਰੂੰਗਾ ਕਿ ਜਿਹੜੇ ਚੰਦ ਗਿਣਤੀ ਦੇ ਲੋਕ ਇਹ ਸੋਚ ਰੱਖੀ ਬੈਠੇ ਨੇ ਕਿ ਇਹਨਾਂ ਨੂੰ ਕਿਤੇ ਬਾਹਰ ਕੱਢ ਦਾਂਗੇ, ਤਾਂ 25 ਕਰੋੜ ਮੁਸਲਮਾਨ ਹੈ, ਇਹ ਕੋਈ 2, 4, 5 ਬੰਦੇ ਨਹੀਂ ਕਿ ਚਾਹ ਕੇ ਤੁਸੀਂ ਡੱਕ ਦੋਗੇ। ਤਾਂ ਤੁਸੀਂ ਇਹ ਬਹੁਤ ਬੜੇ ਭੁਲੇਖੇ ਦੇ ਵਿੱਚੋਂ ਜਿਹੜੇ ਐਸੀ ਜ਼ਹਿਨੀਅਤ ਰੱਖ ਰਹੇ ਨੇ,
ਮਗਰ ਜਿਹੜੀ ਮੈਜੋਰਟੀ ਹੈ, ਮੈਨੂੰ ਇਹ ਗੱਲ ਦੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਮੁਲਕ ਦੇ ਵਿੱਚ ਪੈਦਾ ਹੋਇਆ। ਸਾਡੇ ਹਿੰਦੂ ਵੀਰਾਂ ਦਾ ਇਹ ਮੁਲਕ ਹੈ ਹਿੰਦੁਸਤਾਨ, ਜਿਹਦਾ ਨਾਮ ਹੈ। ਔਰ ਸਾਡਾ ਜਿਹੜਾ ਹਿੰਦੂ ਵੀਰ ਹੈ, ਜਿਹੜਾ ਹਿੰਦੂਇਜ਼ਮ ਹੈ, ਉਹ ਅਹਿੰਸਾ ਪਰਮੋ ਧਰਮਾ, ਉਹ ਅਹਿੰਸਾ ਨੂੰ ਸਭ ਤੋਂ ਉੱਪਰ ਮੰਨਦਾ। ਉਹ ਹਿੰਸਾ ਵਾਲਿਆਂ ਦਾ ਉਹਦੇ ਵਿੱਚ, ਧਰਮ ਦੇ ਵਿੱਚ ਕੋਈ ਸਥਾਨ ਨਹੀਂ ਹੈ। ਜਿਹੜਾ ਨਜਾਇਜ਼ ਕਿਸੇ ਦੇ ਉੱਪਰ, ਔਰਤਾਂ ਤੇ ਬੱਚਿਆਂ ਦੇ ਉੱਪਰ ਜਾਂ ਗਰੀਬਾਂ ਦੇ ਉੱਪਰ ਕੋਈ ਜ਼ੁਲਮ ਕਰੇ, ਉਹਨਾਂ ਦਾ ਇਸ ਮੁਲਕ ਦੇ ਵਿੱਚ ਨਾ ਸਾਡੀ ਮੈਜੋਰਟੀ ਜਿਹੜੀ ਹੈਗੀ ਇੱਥੇ ਦੀ, ਨਾ ਉਹਨਾਂ ਨੇ ਕਦੇ ਸਾਥ ਦਿੱਤਾ। ਸਦੀਆਂ ਤੋਂ ਅਸੀਂ ਇੱਥੇ ਇਕੱਠੇ, ਸਾਰੀ ਮਾਈਨੋਰਿਟੀਜ਼, ਹਿੰਦੂ, ਮੁਸਲਿਮ, ਸਿੱਖ, ਈਸਾਈ, ਅਸੀਂ ਇਕੱਠੇ ਇੱਥੇ ਰਹਿੰਦੇ ਆਏ ਹਾਂ। ਔਰ ਇਨਸ਼ਾਅੱਲਾ ਅਸੀਂ ਇਸੇ ਮੁਲਕ ਨੂੰ ਉਸੇ ਤਰੀਕੇ ਦਾ ਗੁਲਦਸਤਾ ਜੋ ਸਦੀਆਂ ਤੋਂ ਸੀ, ਅਸੀਂ ਉਹੀ ਬਣਾ ਕੇ ਰੱਖਣਾ। ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ ਕਿ ਇਹਨੂੰ ਤੋੜਨ ਦੀ ਜਾਂ ਇਸ ਗੁਲਦਸਤੇ ਦੇ ਫੁੱਲਾਂ ਨੂੰ ਅਲੱਗ-ਅਲੱਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅਗਰ ਕੋਈ ਐਸੀ ਹਰਕਤ ਕਰੂਗਾ ਤਾਂ ਅਸੀਂ ਪਹਿਲਾਂ ਪੁਰਅਮਨ ਤਰੀਕੇ ਦੇ ਨਾਲ, ਜਿਵੇਂ ਹੁਣ ਅਸੀਂ ਇਤਜਾਜ਼ ਕਰ ਰਹੇ ਹਾਂ, ਕਾਨੂੰਨੀ ਲੜਾਈ ਲੜ ਰਹੇ ਹਾਂ, ਅਸੀਂ ਉਸ ਤਰੀਕੇ ਨਾਲ ਕਾਨੂੰਨੀ ਲੜਾਈ ਲੜਾਂਗੇ। ਅਗਰ ਫਿਰ ਵੀ ਕੋਈ ਵੀ ਅਗਰ ਐਸੀ ਕੋਈ ਘਟਨਾ ਹੁੰਦੀ ਹੈ ਤਾਂ ਮੈਂ ਕਹੂੰਗਾ ਇਹਦੀ ਜ਼ਿੰਮੇਵਾਰੀ, ਅਗਰ ਕਿਤੇ ਕੱਲ੍ਹ ਨੂੰ ਇਹਨਾਂ ਨੂੰ ਛੂਟ ਦਿੱਤੀ ਜਾਂਦੀ ਹੈ। ਔਰ ਜਿਵੇਂ ਮੈਨੂੰ ਪਤਾ ਲੱਗਿਆ ਕਿ ਜਿੱਥੇ ਵਾਇਲੈਂਸ ਹੋਈ ਵੀ ਹੈ, ਉੱਥੇ ਇਕੱਲੇ ਮੁਸਲਿਮਸ ਨੂੰ ਟਾਰਗੇਟ ਕਰਕੇ ਉਹਨਾਂ ਦੇ ਖਿਲਾਫ ਪਰਚੇ ਦਰਜ ਕਰ ਦਿੱਤੇ ਗਏ ਨੇ, ਤਾਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਊਗਾ। ਅਸੀਂ ਪੁਰਅਮਨ ਤਰੀਕੇ ਦੇ ਨਾਲ ਇਸ ਜੰਗ ਨੂੰ ਲੜਾਂਗੇ ਇਨਸ਼ਾਅੱਲਾ, ਔਰ ਜਿੱਤਾਂਗੇ ਵੀ। ਇਹ ਮੁਲਕ ਸਦੀਆਂ ਤੋਂ ਇਕੱਠੇ ਅਸੀਂ ਰਹਿੰਦੇ ਆਏ ਹਾਂ। ਇਹਦਾ ਭਾਈਚਾਰਾ ਜ਼ਿੰਦਾਬਾਦ ਸੀ ਔਰ ਇਸ ਮੁਲਕ ਦਾ ਭਾਈਚਾਰਾ ਜ਼ਿੰਦਾਬਾਦ ਰਹੂਗਾ। ਖਾਸ ਤੌਰ ਕਿਉਂਕਿ ਜਿਹੜਾ ਘੱਟ ਗਿਣਤੀਆਂ ਦੇ ਉੱਪਰ ਹਮਲਾ ਹੋ ਰਿਹਾ, ਅਸਲ ਦੇ ਵਿੱਚ ਇਹ ਇਕੱਲੇ ਮੁਸਲਮਾਨਾਂ ਦੇ ਉੱਪਰ ਨਹੀਂ। ਇਸ ਟਾਈਮ ਜਿਹੜਾ ਇਕੱਲੇ ਮੁਸਲਮਾਨਾਂ ਨੂੰ ਹੀ ਨਹੀਂ ਟਾਰਗੇਟ ਕੀਤਾ, ਨਾਲ ਦੀ ਨਾਲ ਸਿੱਖਾਂ ਤੇ ਘੱਟ ਗਿਣਤੀਆਂ ਨੂੰ, ਹੋਰ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸਾਰਿਆਂ ਨੂੰ ਇੱਕ ਇੱਕ ਕਰਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ। ਪਰ ਭਾਜਪਾ ਦਾ ਜਿਹੜਾ ਮੁੱਖ ਏਜੰਡਾ ਉਹ ਇਹ ਆ ਕਿ ਜਦੋਂ ਇੱਕ ਫਿਰਕੇ ਦੇ ਉੱਪਰ ਉਹ ਹਮਲਾ ਕਰਦੇ ਨੇ ਤਾਂ ਬਾਕੀਆਂ ਨੂੰ ਇਹ ਗੱਲ ਤੋੜ ਦਿੰਦੇ ਨੇ ਕਿ ਇਹ ਸਿਰਫ ਮੁਸਲਮਾਨਾਂ ਦਾ ਮਸਲਾ। ਪਰ ਹੁਣ ਜਿਹੜੇ ਦੇਸ਼ ਦੇ ਲੋਕ ਨੇ ਉਹ ਜਾਣ ਚੁੱਕੇ ਨੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਕਿਸਾਨਾਂ ਦੇ ਉੱਪਰ ਵੀ ਹਮਲਾ ਕੀਤਾ, ਉਦੋਂ ਵੀ ਦਿੱਲੀ ਦੇ ਵਿੱਚ ਮੁਸਲਿਮ ਮਜ਼ਦੂਰ, ਕਿਸਾਨ, ਨੌਜਵਾਨਾਂ ਨੇ ਸਾਂਝਾ ਹੋ ਕੇ ਜਿਹੜਾ ਮੁੱਦੀ ਦਾ ਨਾਕਾ ਜਿਹੜਾ ਉਹ ਮੋੜਿਆ। ਇਹ ਤੋਂ ਬਿਨਾਂ ਜਿਹੜਾ ਮਜ਼ਦੂਰਾਂ ਦੇ ਉੱਪਰ ਵੀ ਜਿਹੜਾ ਹਮਲਾ ਕੀਤਾ ਜਾ ਰਿਹਾ ਤੇ ਹੁਣ ਮੁਸਲਮਾਨਾਂ ਦੇ ਉੱਪਰ ਜਿਹੜਾ ਜਹਾਂਗੀਰਪੁਰੀ ਦੇ ਵਿੱਚ ਹੋਇਆ, ਉਹ ਸਾਰੀ ਦੁਨੀਆ ਨੇ ਦੇਖਿਆ ਗਾ ਕਿ ਜਿਹੜਾ ਵੱਧ ਤੋਂ ਬੱਤਰ ਹਾਲਾਤ ਨੇ ਜਿਹੜੇ ਇੱਥੇ ਉਹਨਾਂ ਨੇ ਬਣਾਏ ਨੇ। ਸਾਰੇ ਸੰਵਿਧਾਨਕ ਹੱਕਾਂ ਨੂੰ ਸਿੱਕੇ ਟੰਗ ਕੇ ਇੱਕ ਪਾਸੇ ਰੱਖ ਕੇ ਉਹਨਾਂ ਨੇ ਜਿਹੜੇ ਉੱਥੇ ਹਮਲੇ ਨੇ ਉਹ ਕੀਤੇ ਨੇ। 98% ਜਿਹੜੇ ਗ੍ਰਿਫਤਾਰ ਨੇ ਉਹ ਇਸ ਟਾਈਮ ਮੁਸਲਮਾਨ ਲੋਕ ਹੀ ਕੀਤੇ ਹੋਏ ਨੇ। ਯੂਪੀ ਦੇ ਵਿੱਚ ਜਿਹੜਾ ਜਗ੍ਹਾ ਦੇ ਨਾਂ ਬਦਲੇ ਜਾ ਰਹੇ ਨੇ, ਮੁਸਲਿਮ ਜਗ੍ਹਾ ਦੇ ਨਾਂ ਦੇ ਉੱਪਰ ਸੀ, ਉਹਨਾਂ ਦੇ ਲਗਾਤਾਰ ਨਾਂ ਬਦਲ ਕੇ ਸਰੇਆਮ ਜਿਹੜਾ ਨਾਂ ਹੋਰ ਰੱਖੇ ਜਾ ਰਹੇ ਨੇ ਹਿੰਦੂ ਧਰਮ ਦੇ ਉੱਪਰ। ਤੇ ਕਰਨਾਟਕਾ ਦੇ ਵਿੱਚ ਜਿੱਥੇ ਹਿਜਾਬ ਦੇ ਉੱਪਰ ਪਾਬੰਦੀ ਲੱਗੀ ਆ, ਉੱਥੇ ਦਸਤਾਰ ਦੇ ਉੱਪਰ ਵੀ ਪਾਬੰਦੀ ਲੱਗੀ ਆ। ਤਾਂ ਫਿਰ ਇਹ ਸਾਨੂੰ ਪਤਾ ਹੋਣਾ ਚਾਹੀਦਾ ਤੇ ਦੇਸ਼ ਦੇ ਲੋਕ ਇਹ ਜਾਣ ਚੁੱਕੇ ਨੇ ਕਿ ਜੇ ਅੱਜ ਮੁਸਲਮਾਨਾਂ ਦੇ ਉੱਪਰ ਇਹ ਗੱਲ ਆਈ ਆ, ਅੱਜ ਮਸਜਿਦ ਦੇ ਉੱਪਰ ਇਹ ਗੱਲ ਆਈ ਆ, ਤਾਂ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਗੁਰਦੁਆਰਿਆਂ ਦੇ ਉੱਪਰ ਵੀ ਇਹ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਆਉਣੀ ਆ। ਅਤੇ ਉਸ ਨੂੰ ਰੋਕਣ ਵਾਸਤੇ ਅੱਜ ਅਸੀਂ ਇਹ ਗੱਲ ਦੀ ਉਡੀਕ ਨਹੀਂ ਕਰਾਂਗੇ ਕਿ ਉਹ ਗੁਰਦੁਆਰਿਆਂ ਵੱਲ ਆਉਣਗੇ, ਅਸੀਂ ਫੇਰ ਵਧਾਂਗੇ। ਅਸੀਂ ਇਸ ਟਾਈਮ ਮੁਸਲਮਾਨ ਵੀਰਾਂ ਦੇ ਨਾਲ ਆ। ਜੇਕਰ ਉਹ ਮਸਜਿਦ ਦੇ ਉੱਪਰ ਵੱਲ ਨੂੰ ਆਉਣਗੇ ਤਾਂ ਅਸੀਂ ਮਸਜਿਦ ਨੂੰ ਵੀ ਉਹਨਾਂ ਜਿਹੜਾ ਆਪਣਾ ਸਮਝ ਕੇ ਜਾਵਾਂਗੇ ਜਿੰਨਾ ਸਾਡੇ ਲਈ ਗੁਰਦੁਆਰਾ। ਸੋ ਇਹਦੇ ਲਈ ਜਦੋਂ ਘੱਟ ਗਿਣਤੀਆਂ ਦੇ ਉੱਪਰ ਹਮਲੇ ਹੋ ਰਹੇ ਨੇ, ਅਸੀਂ ਕੋਈ ਇਹ ਨਹੀਂ ਹੈ ਕਿ ਇਕੱਲੇ ਮੁਸਲਮਾਨਾਂ ਨੂੰ, ਅਸੀਂ ਚਾਹੁੰਦੇ ਹਾਂ ਕਿ ਲੋਕ ਨੇ ਜਿਹੜੇ ਗੁਲਦਸਤੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਸਜੇ ਰਹਿਣ। ਅਸੀਂ ਇਹ ਨਹੀਂ ਚਾਹੁੰਦੇ ਹੈਗੇ ਕਿ ਸਾਰੇ ਨੇ ਜਿਹੜੇ ਇੱਕੋ ਰੰਗ ਦੇ ਵਿੱਚ ਰੰਗੇ ਜਾਣ, ਕਿਉਂਕਿ ਜਿੱਥੇ ਘੱਟ ਗਿਣਤੀਆਂ ਮੁਸਲਿਮ ਅਤੇ ਦਲਿਤ ਹੋਰ ਆਦੀਵਾਸੀਆਂ ਨੂੰ ਖਤਰਾ, ਉੱਥੇ ਹੀ ਹਿੰਦੂਆਂ ਨੂੰ ਵੀ ਖਤਰਾ ਗਾ। ਸੋ ਇੱਕ ਜਿਹੜੀ ਇਹ ਫਿਰਕਾ ਪ੍ਰਸਤੀ ਫੈਲਾਈ ਜਾ ਰਹੀ ਆ, ਅਸੀਂ ਇਹ ਫਿਰਕਾ ਪ੍ਰਸਤੀ ਦੇ ਖਿਲਾਫ ਆ। ਕਿਉਂਕਿ ਜਦੋਂ ਦੀ ਭਾਜਪਾ ਤੇ ਇਹ RSS ਦੀ ਸਰਕਾਰ ਆਈ ਆ, ਉਦੋਂ ਤੋਂ ਹੀ ਜਿਹੜੇ ਇਹਦੇ ਬੀਜ ਨੇ ਉਹ ਪਣਪੇ ਗਏ ਨੇ। ਉਸ ਤੋਂ ਬਾਅਦ ਇਹ ਅਜਿਹੇ ਹਮਲੇ ਨੇ ਜਿਹੜੇ ਹੁਣੇ ਸਟਾਰਟ ਹੋਏ ਨੇ। ਉਸ ਤੋਂ ਪਹਿਲਾਂ ਦੇ ਲੋਕ ਨੇ ਜਿਹੜੇ ਪੂਰੇ ਅਮਨੋ ਅਮਾਨ ਦੇ ਨਾਲ ਜਿਹੜਾ ਰਹਿੰਦੇ ਰਹੇ ਨੇ, ਅਜਿਹਾ ਕੁਝ ਪਹਿਲਾਂ ਕਦੇ ਨਹੀਂ ਵੇਖਣ ਨੂੰ ਮਿਲਿਆ ਹੈਗਾ। ਬਾਬਰੀ ਮਸਜਿਦ ਵੀ ਉਸ ਤੋਂ ਬਾਅਦ ਹੀ ਢਾਈ ਜਾਂਦੀ ਆ। ਦਲਿਤਾਂ ਦੇ ਜਿਹੜੇ ਹੋਰ ਕੇਸ ਨੇ ਉਹ ਵੀ ਇਸ ਤੋਂ ਬਾਅਦ ਇਹ ਖੋਲ੍ਹੇ ਜਾਂਦੇ ਨੇ। ਉੱਗੀ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਵੀ ਹੁਣ ਦੇ ਟਾਈਮ ਦੇ ਵਿੱਚ ਜਿਹੜਾ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ। ਅੱਜ ਜਿਸ ਜੇਲ੍ਹ ਦੇ ਵਿੱਚ ਉਮਰ ਖਾਲਿਦ ਆ, ਉਸੇ ਜੇਲ੍ਹ ਦੇ ਵਿੱਚ ਰੋਨਾ ਵਿਲਸਨ ਆ। ਉਸੇ ਜੇਲ੍ਹ ਦੇ ਵਿੱਚ ਜਿਹੜਾ ਉਮਰ ਖਾਲਿਦ ਦੇ ਨਾਲ ਜਿਹੜਾ ਦਵਿੰਦਰਪਾਲ ਭੁੱਲਰ ਵੀ ਆ। ਸੋ ਅਸਲ ਦੇ ਵਿੱਚ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਆ ਕਿ ਇੱਕ ਫਿਰਕੇ ਦੇ ਉੱਪਰ ਅਟੈਕ ਕਰਕੇ ਬਾਕੀਆਂ ਨੂੰ ਉਹਦੇ ਨਾਲ ਤੋੜਦੇ ਨੇ। ਇਸ ਨੂੰ ਅਸੀਂ ਕਦੇ ਨਹੀਂ ਹੋਣ ਦੇਵਾਂਗੇ। ਅਸੀਂ ਮੁਸਲਮਾਨਾਂ ਦੇ ਅਤੇ ਘੱਟ ਗਿਣਤੀਆਂ ਦੇ ਜਿਹੜੇ ਨਾਲ ਪਹਿਲਾਂ ਵੀ ਸੀ ਤੇ ਹੁਣ ਵੀ ਖੜ੍ਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਐਲਾਨ ਕਰਦੇ ਹਾਂ ਕਿ ਜਹਾਂਗੀਰਪੁਰੀ ਵਰਗੀ ਘਟਨਾ ਜੇ ਪੰਜਾਬ ਦੇ ਵਿੱਚ ਨਾ ਵਾਪਰੇ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਵੀ ਮਸਜਿਦ ਦੇ ਬਾਹਰ ਜਿਹੜਾ ਨਾਅਰੇਬਾਜ਼ੀ ਹੋਈ ਸੀ, ਇੱਕ ਤਰੀਕੇ ਨਾਲ ਕੋਸ਼ਿਸ਼ ਆ ਜਿਹੜੀ ਕੀਤੀ ਗਈ ਸੀ। ਸੋ ਇਹਦੇ ਖਿਲਾਫ ਅਸੀਂ ਸਮੂਹ ਭਾਈਚਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਈਏ ਤੇ ਇਹ ਸੰਘ ਦਾ ਜਿਹੜਾ ਨਾਕਾ ਉਹ ਮੋੜੀਏ। ਦੇ ਲਈ ਜੋ ਹੈ ਅਸੀਂ ਸਰਹੰਦੀ ਗੇਟ ਤੋਂ ਜੋ ਹੈ ਇਕੱਠੇ ਹੋਏ ਤੇ ਪੂਰੇ DC ਸਾਹਿਬਾਨ ਨੂੰ ਜੋ ਹੈ ਅਸੀਂ ਮੰਗ ਪੱਤਰ ਦੇਣ ਦੇ ਲਈ ਆਏ ਤੇ
ਕਿ ਇਹ ਜਿਹੜੀ ਅਸੀਂ ਦੇਖ ਰਹੇ ਹਾਂ ਕਿ ਦਿਨੋਂ ਦਿਨ ਇਹ ਚੀਜ਼ਾਂ ਵੱਧਦੀਆਂ ਜਾ ਰਹੀਆਂ ਨੇ ਔਰ ਜ਼ੁਲਮ ਜੋ ਹੈ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪਨਪ ਰਿਹਾ ਹੈ। ਇਹ ਮੁਲਕ ਦੀ ਸਲਾਮਤੀ ਦੇ ਲਈ ਬਹੁਤ ਜ਼ਿਆਦਾ ਖਤਰੇ ਦੀ ਚੀਜ਼ ਹੈ ਔਰ ਅੱਜ ਬਹੁਤ ਐਸੀ ਮਾਨਸਿਕਤਾ ਵਾਲੇ ਲੋਕ ਨੇ ਜੋ ਇਹਨਾਂ ਚੀਜ਼ਾਂ ਦੇ ਖੁਸ਼ ਹੁੰਦੇ ਨੇ, ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦ ਤੱਕ ਆਪਸੀ ਭਾਈਚਾਰਾ ਕਾਇਮ ਨਹੀਂ ਰਹੂਗਾ ਤਾਂ ਮੁਲਕ ਕਦੇ ਤਰੱਕੀ ਨਹੀਂ ਕਰ ਸਕਦਾ ਹੈਗਾ। ਮੰਗ ਪੱਤਰ ਦੇ ਵਿੱਚ ਕੀ ਡਿਮਾਂਡ ਕੀਤੀ ਹੈ? ਮੰਗ ਪੱਤਰ ਦੇ ਵਿੱਚ ਇਹੀ ਡਿਮਾਂਡ ਕੀਤੀ ਗਈ ਹੈ ਕਿ ਉਹਨਾਂ ਨੂੰ ਜੋ ਹੈ ਜਲਦੀ ਜਿਹੜੀ ਉੱਥੇ ਬਣਦੀ ਕਾਰਵਾਈ ਹੈ ਹੋਣੀ ਚਾਹੀਦੀ ਹੈ। ਔਰ ਦੇਖੋ ਕਿੱਡੀ ਬੜੀ ਜੋ ਹੈ ਉਹ ਕੀਤੀ ਗਈ ਹੈ ਇਹ ਕਿ ਸਟੇ ਆਰਡਰ ਆਇਆ ਹੋਇਆ ਸੀਗਾ ਦੀ ਸੁਪਰੀਮ ਕੋਰਟ ਦਾ, ਔਰ ਸੁਪਰੀਮ ਕੋਰਟ ਸਾਡੀ ਆਦਲੀਆ ਜੋ ਹੈ ਕਿੱਡੀ ਮਾਨਯੋਗ ਆਦਲੀਆ ਜੋ ਹੈ 2 ਦਿਨ ਪਹਿਲਾਂ ਦਾ 1 ਦਿਨ ਪਹਿਲਾਂ ਦਾ ਉਹਨਾਂ ਦਾ ਜੋ ਹੈ ਆਰਡਰ ਆਇਆ ਹੋਇਆ ਕਿ ਪੂਰੇ ਮੁਲਕ ਦੇ ਅੰਦਰ ਕਿਤੇ ਜੋ ਹੈ ਬਲਡੋਜ਼ਰ ਨਹੀਂ ਚਲਾਇਆ ਜਾ ਰਿਹਾ, ਲੇਕਿਨ ਉਸ ਦੇ ਬਾਵਜੂਦ ਇਹ ਅਫਸਰ ਲੋਕ ਜਿਹੜੇ ਪੜ੍ਹ ਲਿਖ ਕੇ ਕੁਰਸੀਆਂ 'ਤੇ ਬੈਠੇ ਨੇ ਇਹਨਾਂ ਨੂੰ ਇੰਨੀ ਤਮੀਜ਼ ਨਹੀਂ ਹੋ ਸਕੀ ਕਿ ਜਦੋਂ ਸੁਪਰੀਮ ਕੋਰਟ ਦਾ ਸਟੇ ਆਰਡਰ ਹੈ ਤਾਂ ਅਸੀਂ ਕਿਉਂ ਜੋ ਹੈ ਕਿਸੇ ਉਸ ਦੇ ਉੱਪਰ ਕਿਸੇ ਘਰ ਦੇ ਉੱਪਰ ਜਾਂ ਕਿਸੇ ਧਾਰਮਿਕ ਸਥਾਨ ਦੇ ਉੱਪਰ ਅਸੀਂ ਕਿਉਂ ਬਲਡੋਜ਼ਰ ਚਲਾਈਏ। ਔਰ ਫਿਰ ਉਸ ਤੋਂ ਬਾਅਦ ਜੋ ਹੈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਬਿੰਦਰਾ ਕਰਾਸ ਸਾਹਿਬਾ ਜੀ ਦਾ ਕਿ ਉਹ ਜਾ ਕੇ ਪੌਣੇ 2 ਘੰਟੇ ਹੋ ਚੁੱਕੇ ਨੇ ਇਹ ਕਾਰਵਾਈ ਚੱਲਦੇ ਨੂੰ ਔਰ ਲੋਕ ਵਿਚਾਰੇ ਜੋ ਹੈ ਬੜੇ ਪਰੇਸ਼ਾਨ ਥੇ। ਇੱਥੇ ਤੱਕ ਦੱਸਿਆ ਕਿ ਜਦੋਂ ਸਵੇਰ ਨੂੰ ਆ ਕੇ ਉਹਨਾਂ ਨੇ ਪੁੱਛਿਆ ਲੋਕਾਂ ਨੇ ਬਾਹਰ ਰੇਹੜੀ ਵਾਲਿਆਂ ਨੇ ਠੇਲੇ ਵਾਲਿਆਂ ਨੇ ਕਿ ਜੀ ਅੱਜ ਤੁਸੀਂ ਉਰੋਂ ਚੱਕਣਾ ਆਇਓ ਤਾਂ ਜਾਣਬੁੱਝ ਕੇ ਉਹਨਾਂ ਨੂੰ ਇਹ ਕਹਿਤਾ ਗਿਆ ਕਿ ਨਹੀਂ ਅਸੀਂ ਤਾਂ ਉਰੋਂ ਕਚਰਾ ਇਕੱਠਾ ਕਰਨ ਆਇਆ, ਅਸੀਂ ਤਾਂ ਉਰੇ ਹੋਰ ਕੰਮ ਲਈ ਆਇਆ, ਤੁਹਾਡੀਆਂ ਰੇਹੜੀਆਂ ਨੂੰ ਨਹੀਂ ਛੇੜਿਆ ਜਾਣਾ। ਔਰ ਉਹਨਾਂ ਵਿਚਾਰਿਆਂ ਨੂੰ ਇੰਨਾ ਮੌਕਾ ਵੀ ਨਹੀਂ ਦਿੱਤਾ ਹੈਗਾ ਕਿ ਉਹ ਆਪਣੀਆਂ ਰੇਹੜੀਆਂ ਨੂੰ ਆਪਣੀਆਂ ਠੇਲੀਆਂ ਨੂੰ ਜੋ ਹੈ ਜੋ ਸਾਲ ਤੋਂ ਵਿਚਾਰੇ ਖਾ ਰਹੇ ਤੇ ਪੀ ਰਹੇ ਤੇ ਉਹਨਾਂ ਦੇ ਬੱਚੇ ਉਸ 'ਤੇ ਪਾਲ ਰਹੇ ਤੇ ਕਿ ਉਹਨਾਂ ਨੂੰ ਚੱਕ ਕੇ ਕਿਸੇ ਮਹਿਫੂਜ਼ ਜਗ੍ਹਾ 'ਤੇ ਲੈ ਜਾਂਦੇ। ਇਸ ਤੋਂ ਪਤਾ ਚੱਲਦਾ ਹੈ ਕਿਤੇ ਨਾ ਕਿਤੇ ਨੀਤੀ ਜੋ ਹੈ ਉਹਨਾਂ ਨੂੰ ਟਾਰਗੇਟ ਕਰਕੇ ਪਹਿਲਾਂ ਹੀ ਯੋਜਨਾ ਬੰਦ ਤਰੀਕੇ ਨਾਲ ਜੋ ਹੈ ਪਰੇਸ਼ਾਨ ਕਰਨ ਦੀ ਸੀਗੀ ਤੀ। ਅਗਰ ਸਿਰਫ ਕੋਈ ਸਫਾਈ ਦਾ ਜਾਂ ਕੋਈ ਰਸਤੇ ਦੀ ਉੱਥੇ ਜੋ ਹੈ ਇਸ ਤਰ੍ਹਾਂ ਦਾ ਹੁੰਦਾ ਕਿ ਰਸਤਾ ਚੌੜਾ ਕਰਨਾ ਹੈ ਜਾਂ ਕੋਈ ਉੱਥੇ ਜਗ੍ਹਾ ਜੋ ਹੈ ਇਸ ਤਰ੍ਹਾਂ ਬਣੀ ਹੋਈ ਸੀ ਕਿ ਜੋ ਗੈਰ ਕਾਨੂੰਨੀ ਤਰੀਕੇ ਨਾਲ ਥੀ ਤਾਂ ਪਹਿਲਾਂ ਉਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਸੀ। ਮਸਲਾ ਇਹ ਨਹੀਂ ਹੈ ਕਿ ਉੱਥੇ ਇਸ ਦਾ ਸੀ, ਮਸਲਾ ਇਹ ਥਾ ਕਿ ਇਸ ਇੱਕ ਕਮਿਊਨਿਟੀ ਨੂੰ ਖਾਸ ਤੌਰ ਤੇ ਔਰ ਇਹ 1 ਸਾਲ ਨਹੀਂ ਆਹ ਰੋਜ਼ੇ ਨਹੀਂ ਬਲਕਿ ਅਸੀਂ ਕਈ ਰਮਜ਼ਾਨ ਹੋ ਗਏ ਅਸੀਂ ਦੇਖਦਿਆਂ ਨੂੰ ਅਸੀਂ ਦੇਖਦੇ ਹਾਂ ਕਿ ਆਹ ਰਮਜ਼ਾਨ ਅੱਛਾ ਗੁਜ਼ਰੂਗਾ, ਆਹ ਰਮਜ਼ਾਨ ਅੱਛਾ ਗੁਜ਼ਰੂਗਾ, ਲੇਕਿਨ ਸਦੀਆਂ ਹੀ ਗੁਜ਼ਰ ਗਈਆਂ ਸਾਨੂੰ ਤਾਂ ਜਦ ਇਹ ਸਰਕਾਰ ਆਈ ਹੈ ਹਰ ਰਮਜ਼ਾਨ ਜੋ ਹੈ ਨਵੇਂ ਜ਼ਖਮ ਦੇ ਕੇ ਜਾ ਰਿਹਾ ਹੈ। ਸ਼ਾਹ ਸਾਹਿਬ ਕੀ ਪੈਗਾਮ ਦਵੋਗੇ ਮਲੇਰਕੋਟਲੇ ਦੇ ਆਪਣੇ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਮਜ਼ਹਬ ਦੇ ਲੋਕ ਤੁਹਾਡੇ ਨਾਲ ਮੌਜੂਦ ਨੇ ਇਸ ਸਮੇਂ ਜੋ ਤੁਹਾਡੇ ਦੁੱਖ ਦੇ ਵਿੱਚ ਖੜੇ ਹੈ, ਕੀ ਮੈਸੇਜ ਲਾਉਂਗੇ? ਪੈਗਾਮ ਤਾਂ ਜੀ ਦੇਖੋ ਉਹਨਾਂ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਜਿਵੇਂ ਕਿ ਕੋਈ ਦੀਵਾਲੀ ਦਾ ਜਾਂ ਕੋਈ ਵੀ ਉਹਨਾਂ ਦੇ ਇਹ ਤਿਉਹਾਰ ਨੇ ਸ਼ੋਭਾ ਯਾਤਰਾ ਕਰਦੇ ਨੇ ਤਾਂ ਇਹਨਾਂ ਨੂੰ ਤਾਂ ਪੂਰੇ ਮੁਸਲਮਾਨਾਂ ਦੇ ਨਾਲ ਦੂਸਰੀਆਂ ਕਮਿਊਨਿਟੀਆਂ ਦੇ ਨਾਲ ਸਾਂਝਾ ਕਰਨਾ ਚਾਹੀਦਾ, ਮਿਠਾਈਆਂ ਵੰਡਣੀਆਂ ਚਾਹੀਦੀਆਂ ਨੇ, ਆਪਸੀ ਗਲੇ ਲੱਗਣਾ ਚਾਹੀਦਾ। ਲੇਕਿਨ ਉਹ ਆਪਦੇ ਧਰਮ ਵਾਲੀ ਜੋ ਹੈ ਧਰਮ ਦਾ ਦਿਨ ਜੋ ਸਮਝ ਲਓ ਆਪਦਾ ਫੰਕਸ਼ਨ ਦਾ ਦਿਨ ਹੁੰਦਾ ਜਾਂ ਉਹਨਾਂ ਦਾ ਕੋਈ ਧਾਰਮਿਕ ਜੋ ਹੈ ਤਿਉਹਾਰ ਹੁੰਦਾ ਉਸ ਦਿਨ ਉਹ ਦੰਗੇ ਕਰਕੇ ਉਹ ਕਿਤੇ ਨਾ ਕਿਤੇ ਆਪਣੇ ਮਜ਼ਹਬ ਨੂੰ ਵੀ ਜੋ ਹੈ ਬੜਾ ਬਦਨਾਮ ਕਰ ਰਹੇ ਨੇ। ਵਰਨਾ ਤਾਂ ਅਸੀਂ ਹੁਣ ਦੇਖੀਏ ਈਦ ਆਏਗੀ ਕਿ ਈਦ ਦੇ ਅੰਦਰ ਜੋ ਹੈ ਹੋਊਗਾ ਕਿ ਮੁਸਲਮਾਨ ਭਾਈ ਨੇ ਜੋ ਹੈ ਹਿੰਦੂਆਂ ਨੂੰ ਈਦ ਮੁਬਾਰਕ ਕਹਿਣਗੇ ਔਰ ਹਿੰਦੂਆਂ ਭਾਈਆਂ ਦੇ ਘਰੇ ਜੋ ਹੈ ਅਸੀਂ ਮਿਠਾਈ ਪਹੁੰਚਾਵਾਂਗੇ ਤਾਂ ਇਹ ਤਿਉਹਾਰ ਜਿਹੜਾ ਹੁੰਦਾ ਹੈ ਤਾਂ ਉਹ ਲੋਕ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਦਿੱਲੀ ਦਿਖਾਣਾ ਚਾਹੁੰਦੇ ਹਾਂ ਅੱਜ ਅਸੀਂ ਜੋ ਹੈ ਇਹ ਕਰਕੇ ਉਰੇ ਅਸੀਂ ਤਾਂ ਹੀ ਇਕੱਠੇ ਹੋਏ ਹਾਂ। ਦੇਖੋ ਕਿੰਨੀਆਂ ਕਮਿਊਨਿਟੀਆਂ ਸਾਰੀਆਂ ਸਾਡੇ ਨਾਲ ਨੇ ਔਰ ਉਰੇ ਹਮੇਸ਼ਾ ਹੀ ਮਸਲਾ ਜੋ ਹੈ ਅਸੀਂ ਕੀ ਕਰੀਏ ਇਕੱਲੇ ਮਲੇਰਕੋਟਲੇ ਗੰਗਾ ਜਾਮਨੀ ਤਹਿਜੀਬ ਉਰੇ ਬਾਕੀ ਹੈ, ਲੇਕਿਨ ਅਸੀਂ ਕਹਿੰਦੇ ਹਾਂ ਵੀ ਪੂਰੇ ਮੁਲਕ ਦੇ ਹਰ ਸ਼ਹਿਰ ਦੇ ਅੰਦਰ ਹਰ ਇਲਾਕੇ ਦੇ ਅੰਦਰ ਹਰ ਖਿੱਤੇ ਦੇ ਅੰਦਰ ਇਸੇ ਤਰ੍ਹਾਂ ਦਾ ਅਮਨ ਭਾਈਚਾਰਾ ਜੋ ਹੈ ਕਾਇਮ ਹੋਵੇ ਜਿਸ ਤਰ੍ਹਾਂ ਅਸੀਂ ਮਲੇਰਕੋਟਲੇ ਦੇ ਜਿਹੜੇ ਸਾਡੇ ਸਿਆਸੀ ਰਹਿਨੁਮਾਨ ਸਾਡੇ ਸਿਆਸੀ ਲੀਡਰ ਨੇ ਖਾਸ ਤੌਰ ਤੇ ਮੁਸਲਿਮ ਸਿਆਸੀ ਨੇਤਾ ਨੇ ਉਹਨਾਂ ਦੀ ਇਸ ਮੁੱਦੇ ਦੇ ਉੱਪਰ ਚੁੱਪੀ ਤੇ ਤੁਸੀਂ ਕੀ ਕਹੋਗੇ? ਬਾਜੀ ਉਹ ਤਾਂ ਸਾਨੂੰ ਵੋਟਾਂ ਤੋਂ ਪਹਿਲਾਂ ਹੀ ਨਜ਼ਰ ਆਉਂਦੇ ਨੇ, ਮਾਫ ਕਰਿਓ ਫਿਰ ਲੋਕਾਂ ਨੂੰ ਬੁਰਾ ਲੱਗ ਜੂਗਾ ਕਿ ਉਹਨੂੰ ਕਹਿਤਾ ਇਹਨੂੰ ਕਹਿਤਾ, ਲੇਕਿਨ ਨਾ ਨੇਤਾ ਸਿਆਸੀ ਨੇਤਾ ਉਹ ਸਾਡੇ ਕੋਲ ਵਿਚਾਰੇ ਜਦ ਤੱਕ ਵੋਟਾਂ ਲੈਣੀਆਂ ਹੁੰਦੀਆਂ ਨੇ ਜਦ ਤੱਕ ਆ ਕੇ ਕੌਮ ਦਾ ਨਾਰਾ ਲਾਉਂਦੇ ਨੇ, ਸਾਡੇ ਜਜ਼ਬਾਤ ਨੂੰ ਜੋ ਹੈ ਬੜਾ ਬਰੰਗੇਖਤਾ ਕਰਦੇ ਨੇ, ਲੇਕਿਨ ਜਦੋਂ ਜੋ ਹੈ ਕੋਈ ਨਾ ਕੋਈ ਵੀ ਉਸ ਅਹੁਦੇ ਤੇ ਪਹੁੰਚ ਜਾਂਦਾ ਹੈ ਫਿਰ ਉਹਨਾਂ ਪਾਸ ਪਾਵਰ ਆ ਜਾਂਦੀ ਹੈ, ਉਹਨਾਂ ਪਾਸ ਤਾਕਤ ਆ ਜਾਂਦੀ ਹੈ, ਉਹਨਾਂ ਦੇ ਬੋਲਣ ਦਾ ਮੌਕਾ ਹੁੰਦਾ ਹੈ, ਫਿਰ ਉਹ ਵਿਚਾਰੇ ਮੌਨ ਵਰਤ ਰੱਖ ਲੈਂਦੇ ਨੇ। ਉਹ ਹੁਣ ਤਾਂ ਤੁਹਾਡੀ ਆਪਣੀ ਹਰ ਵਾਰ ਹੁੰਦਾ ਜੀ, ਹਰ ਵਾਰ ਐਸੇ ਹਰ ਵਾਰ ਆਪਾਂ ਵੀ ਵੋਟਾਂ ਪਾਉਣੇ ਆ ਇਹਦੇ ਤੇ ਤੁਸੀਂ ਕੀ ਕਹੋਗੇ? ਬਸ ਹਰ ਵੇਲੇ ਵੋਟਾਂ ਇਸ ਉਮੀਦ ਤੇ ਪਾ ਦਿੰਦੇ ਹਾਂ ਕਿ ਹੋ ਸਕਦਾ ਪਿਛਲੇ ਨੇ ਗਲਤੀ ਕੀਤੀ ਹੋਵੇ ਅਗਲਾ ਗਲਤੀ ਨਾ ਕਰੇ, ਲੇਕਿਨ ਉਹ ਪਤਾ ਚੱਲਦਾ ਕਿ ਉਹ ਵੀ ਸਾਡੀ ਭੁੱਲ ਹੁੰਦੀ ਹੈ ਕਿਤੇ ਨਾ ਕਿਤੇ। ਹੁਣ ਇੱਕ ਸਿਸਟਮ ਹੈ ਇਸ ਨੂੰ ਬਦਲਣ ਦੀ ਕੋਸ਼ਿਸ਼ ਹੈ, ਕਦੇ ਨਾ ਕਦੇ ਤਾਂ ਰੱਬ ਸੁਣੂਗਾ ਹੀ ਵੋਟਰਾਂ ਦੀ ਔਰ ਕਦੇ ਨਾ ਕਦੇ ਤਾਂ ਜੋ ਹੈ ਐਸਾ ਸਿਸਟਮ ਬਣੂਗਾ, ਨਹੀਂ ਤਾਂ ਅਸੀਂ ਦੇਖਦੇ ਹਾਂ ਕਿ ਦਿਨ ਬ ਦਿਨ ਜੋ ਹੈ ਸਿਰਫ ਸਰਕਾਰਾਂ ਬਦਲਦੀਆਂ ਨੇ, ਲੋਕ ਬਦਲਦੇ ਨੇ ਔਰ ਕੰਮਕਾਰ ਉੱਕਣੀ ਚੱਲਦੇ ਰਹਿੰਦੇ ਨੇ। ਜਿਹੜੇ ਮੁਫਤੀ ਦਿਲਸ਼ਾਦ ਸਾਹਿਬ ਇਹ ਆਪਣੇ ਮਲੇਰਕੋਟਲੇ ਦੇ ਵਿੱਚ ਕੀ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆਮ ਆਦਮੀ ਪਾਰਟੀ ਇਸ ਟਾਈਮ ਦਿੱਲੀ ਦੇ ਵਿੱਚ ਇਹੀ ਪਾਰਟੀ ਹੈ, ਕੀ ਮੈਸੇਜ ਲਾਓਗੇ ਤੁਸੀਂ? ਅਸੀਂ ਇਹੀ ਮੈਸੇਜ ਲਾ ਸਕਦੇ ਹਾਂ ਸਰਕਾਰ ਤੋਂ ਕਿ ਜਿੱਥੇ ਇਹ ਸਰਕਾਰਾਂ ਹੈਗੀਆਂ ਨੇ ਘੱਟੋ ਘੱਟ ਇਹਨਾਂ ਦਾ ਕਰਨ ਕਿ ਅਗਰ ਉਹ ਫਿਰ ਇਹ ਕਹਿ ਦਿੰਦੇ ਨੇ ਸਾਡੇ ਹੱਥ ਨਹੀਂ ਇਹ ਨਹੀਂ ਹੈ ਉਹ ਨਹੀਂ ਹੈ ਉਹਦੇ ਕੋਲੇ ਹੈ ਇਹਦੇ ਕੋਲੇ ਹੈ ਉੱਥੇ ਸਾਡੀ ਨਹੀਂ ਚੱਲਦੀ, ਘੱਟੋ ਘੱਟ ਜਿੱਥੇ ਕਿਤੇ ਜ਼ਖਮ ਮਿਲਦੇ ਨੇ ਉੱਥੇ ਮਰਮ ਲਾਉਣ ਦੀ ਤਾਂ ਕੋਸ਼ਿਸ਼ ਕਰਨ। ਕੋਈ ਇੱਕ ਬਿਆਨ ਤਾਂ ਬਣਦਾ ਉਹਨਾਂ ਕੋਲੋਂ ਕਿ ਕੋਈ ਨਾ ਕੋਈ ਇੱਕ ਬਿਆਨ ਐਸਾ ਦੇਣ ਜਿਸ ਦੇ ਨਾਲ ਜੋ ਹੈ ਸਾਡੇ ਜੋ ਹੈ ਜ਼ਖਮਾਂ ਦੇ ਉੱਪਰ ਜੋ ਹੈ ਮਰਮ ਲੱਗੇ, ਸਾਨੂੰ ਆਪਦੇ ਜੋ ਹੈ ਭਾਈਚਾਰਕ ਸਾਂਝ ਦਾ ਅਹਿਸਾਸ ਹੋਵੇ, ਸਾਨੂੰ ਪਤਾ ਲੱਗੇ ਕਿਤੇ ਨਾ ਕਿਤੇ ਸਰਕਾਰ ਸਾਡੇ ਨਾਲ ਖੜੀ ਹੈ ਔਰ ਸਾਰਿਆਂ ਦੀ ਜੋ ਹੈ ਇਸ ਜੋ ਅਸੀਂ ਸਰਕਾਰ ਚੁਣੀ ਹੈ ਸਾਰਿਆਂ ਦੀ ਸਰਕਾਰ